ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਾਜਦੀਪ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਲੁਧਿਆਣਾ ਦੇ ਵਿੱਚ 7 ਸਾਲ ਦੀ ਬੱਚੀ ਦੇ ਜਬਰ ਜਨਾਹ ਦਾ ਮਾਮਲਾ। ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਪਹੁੰਚਿਆ ਲੁਧਿਆਣਾ। ਪੀੜਿਤ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ। ਮਾਮਲੇ ਦੀ ਜਾਂਚ ਲਈ SIT ਦਾ ਗਠਨ। ਲੁਧਿਆਣਾ GST ਵਿਭਾਗ ਦੇ ਵੱਲੋਂ ਵੱਡੀ ਕਾਰਵਾਈ। ਤੇਲ ਨਿਰਮਾਤਾ ਕੰਪਨੀ ਤੇ ਕੀਤੀ ਗਈ ਛਾਪੇਮਾਰੀ। ਕੰਪਨੀ ਦਫ਼ਤਰ ਤੋਂ ਬਰਾਮਦ ਕੀਤੇ ਨੇ 80 ਲੱਖ ਰੁਪਏ ਦਾ ਕੈਸ਼। ਕਈ ਅਹਿਮ ਦਸਤਾਵੇਜ਼ ਵੀ ਕੀਤੇ ਨੇ ਬਰਾਮਦ। ਕੰਪਨੀ ਤੇ GST ਟੈਕਸ ਚੁਰਾਉਣ ਦੇ ਲੱਗੇ ਨੇ ਦੋਸ਼। ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਲਈ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਮੁਕੰਮਲ। ਲੁਧਿਆਣਾ ਦੇ 114 ਵਾਰਡਾਂ ਦੇ ਵਿੱਚ ਹੋਣਗੀਆਂ ਚੋਣਾਂ। 258 ਪੋਲਿੰਗ ਬੂਥਾਂ ਤੇ ਹੋਵੇਗੀ VOTING। ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਦੇ ਕੀਤੇ ਗਏ ਪ੍ਰਬੰਧ। ਯੂਥ ਫੈਡਰੇਸ਼ਨ ਲੁਧਿਆਣਾ ਦੇ ਵੱਲੋਂ ਕਰਵਾਇਆ ਗਿਆ ਸਮਾਗਮ। ਬੱਚਿਆਂ ਲਈ ਕਰਵਾਇਆ ਗਿਆ ਗੁਰਮਤਿ ਸੰਗੀਤ ਸਮਾਗਮ। ਟ੍ਰੈਫਿਕ ਪੁਲਿਸ ਅਧਿਕਾਰੀ ਗੁਰਦੇਵ ਸਿੰਘ ਹੋਏ ਸ਼ਾਮਿਲ। ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਦਿੱਤੀ ਸਿੱਖਿਆ। ਲੁਧਿਆਣਾ 'ਚ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਰੋਹਿਤ ਵਰਮਾ ਦੇ ਕੱਪੜਿਆਂ ਦੀ ਪ੍ਰਦਰਸ਼ਨੀ ਦਾ ਆਯੋਜਨ। ਇੰਡੋ ਵੈਸਟਰਨ ਫਿਊਜ਼ਨ ਦਾ ਦਿਖਿਆ ਰੰਗ। ਕੌਂਸਲਰ ਮਮਤਾ ਆਸ਼ੂ ਨੇ ਵੀ ਲਿਆ ਹਿੱਸਾ। ਕੱਪੜਿਆਂ ਦੇ ਕਲੈਕਸ਼ਨ ਦੀ ਕੀਤੀ ਜੰਮ ਕੇ ਤਾਰੀਫ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਲੁਧਿਆਣਾ ਦੇ ਵਿੱਚ 7 ਸਾਲ ਦੀ ਬੱਚੀ ਦੇ ਨਾਲ ਹੋਏ ਜਬਰ ਜਨਾਹ ਮਾਮਲਾ ਵੱਧਦਾ ਨਜ਼ਰ ਆ ਰਿਹਾ ਹੈ। ਪੁਲਿਸ ਦੇ ਵੱਲੋਂ ਮਾਮਲੇ ਦੇ ਵਿੱਚ ਬੱਚੀ ਦੇ ਨਾਬਾਲਿਗ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦਾ ਪਰਿਵਾਰ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪਰਿਵਾਰ ਲਗਾਤਾਰ ਆਪਣੇ ਨਾਬਾਲਿਗ ਬੇਟੇ ਨੂੰ ਬੇਕਸੂਰ ਦੱਸ ਰਿਹਾ ਹੈ ਤੇ ਪੁਲਿਸ ਤੇ ਅਸਲ ਦੋਸ਼ੀ ਨੂੰ ਬਚਾਉਣ ਦੇ ਦੋਸ਼ ਲਗਾ ਰਿਹਾ ਹੈ। ਹੁਣ ਇਸੇ ਮਾਮਲੇ ਦੇ ਵਿੱਚ ਗੰਭੀਰਤਾ ਲੈਂਦੇ ਹੋਏ SIT ਦਾ ਗਠਨ ਕੀਤਾ ਗਿਆ ਹੈ। ਇਸ ਦੇ ਤਹਿਤ ਬਾਲ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਲੁਧਿਆਣਾ ਪਹੁੰਚੇ। ਕਮਿਸ਼ਨ ਚੇਅਰਮੈਨ ਦੇ ਵੱਲੋਂ ਪੀੜਿਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ पूरा भरोसा ਦਿੱਤਾ है। जो स्पेशल चाइल्ड परसों अब्यूज हुआ है, तो बीइंग ए चेयरमैन ऑफ चाइल्ड प्रोटेक्शन कमीशन उसके बारे में मैं यहाँ आया था। तो मैं पहले दराहा में बच्ची को मिला हूँ, तो वहाँ उसके पेरेंट्स भी थे और जो कमेटी उन्होंने बना रखी है उसके कुछ लोग भी थे। सबसे पहले तो मैंने उनसे पूछा है, अभी आपको बताइए अभी तक जो भी पुलिस ने किया या एडमिनिस्ट्रेशन ने किया है तो क्या यू आर सेटिस्फाइड। तो थोड़ा सा उनको था अभी हम क्योंकि उनका ही परिवार का कोई मेंबर पे शक है, तो वो सोच रहे थे पुलिस ने उसको गलत किया है। तो उनकी एक ही डिमांड थी भी हमारे बच्चे को इन्वेस्टिगेशन फर्दर इन्वेस्टिगेशन करा के निकाला जाए या देखा जाए। तो मैंने कमिटमेंट की थी उनसे भी हम सिट बना देते हैं। तो मैंने CP साहब को रिक्वेस्ट की है, तो इन्होंने वो बना दी है। अब जो इन्वेस्टिगेशन फर्दर इन्वेस्टिगेशन है वो सिट करेगी, उसका जो भी रिजल्ट आएगा उसके अकॉर्डिंगली आगे कार्रवाई की जाएगी। ਲੁਧਿਆਣਾ GST ਵਿਭਾਗ ਦੇ ਵੱਲੋਂ ਇੱਕ ਤੇਲ ਨਿਰਮਾਤਾ ਕੰਪਨੀ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਵਿੱਚ ਕੰਪਨੀ ਵੱਲੋਂ ਲੱਖਾਂ ਦਾ GST ਕਰ ਚੁਰਾਇਆ ਜਾ ਰਿਹਾ ਸੀ। ਲੁਧਿਆਣਾ ਦੀ GST ਬ੍ਰਾਂਚ ਅਤੇ ਆਮਦਨ ਕਰ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਚਲਾਈ ਮੁਹਿੰਮ ਦੇ ਤਹਿਤ ਕੇਸਰਗੰਜ ਮੰਡੀ ਦੇ ਵਿੱਚ ਇੱਕ ਤੇਲ ਨਿਰਮਾਤਾ ਕੰਪਨੀ ਤੇ ਛਾਪੇਮਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਟੀਮ ਨੇ 80 ਲੱਖ ਰੁਪਏ ਦਾ ਕੈਸ਼ ਦਫ਼ਤਰ ਦੇ ਵਿੱਚੋਂ ਬਰਾਮਦ ਕੀਤਾ ਹੈ ਤੇ ਇਸ ਤੋਂ ਇਲਾਵਾ ਕਈ ਅਜਿਹੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੰਪਨੀ ਧੋਖਾਧੜੀ ਕਰ ਰਹੀ ਸੀ। ਲੁਧਿਆਣਾ ਦੇ ਵਿੱਚ ਇੰਟਰਨੈਟ ਦੀਆਂ ਤਾਰਾਂ ਵਿਛਾਉਣ ਸਮੇਂ ਹਾਈ ਵੋਲਟੇਜ ਤਾਰਾਂ ਦੇ ਨਾਲ ਸੰਪਰਕ ਹੋਣ ਤੇ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਫੋਕਲ ਪੁਆਇੰਟ ਅਧੀਨ ਜੀਵਨ ਨਗਰ ਦੇ ਬਾਜ਼ਾਰ ਦੇ ਵਿੱਚ ਇੰਟਰਨੈਟ ਦੀਆਂ ਤਾਰਾਂ ਵਿਛਾਈਆਂ ਜਾ ਰਹੀਆਂ ਸੀ ਕਿ ਅਚਾਨਕ ਹਾਈ ਵੋਲਟੇਜ ਤਾਰਾਂ ਸੰਪਰਕ ਦੇ ਵਿੱਚ ਆ ਗਈਆਂ ਅਤੇ ਦੇਖਦੇ ਤਾਰਾਂ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਗਿਆ। ਹਾਲਾਂਕਿ ਇਸ ਦੁਰਘਟਨਾ ਦੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਹਾਦਸੇ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਅੱਗ ਦੇ ਨਾਲ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਉਹ ਨੈਟ ਕੰਪਨੀ ਤੋਂ ਹਰਜਾਨੇ ਦੀ ਮੰਗ ਕਰ ਰਹੇ ਨੇ। ਬਲਾਸਟ ਹੋਇਆ, ਸਾਡੀ ਦੁਕਾਨ 'ਚ ਨੁਕਸਾਨ ਹੋਇਆ ਜੀ। ਸਾਰੀ ਸੀਲਿੰਗ ਟੁੱਟ ਗਈ ਹੈ, ਕਬਰਡ ਸਾਰੀ ਟੁੱਟ ਗਈਆਂ ਹੋਈਆਂ, ਸਾਰੇ ਇਲੈਕਟ੍ਰੀਕਲ ਅਪਲਾਈਸੈਸ ਸਾਰੇ ਖਰਾਬ ਹੋ ਗਏ हैं, लैपटॉप AC
ਸਾਰੀ ਲਾਈਟਾਂ ਸੀਲਿੰਗ ਖਰਾਬ ਹੈ। ਲਾਸਟ ਉਹਨੇ ਆਪਣੀ ਸਾਈਡ ਤੋਂ ਵਾਈਫਾਈ ਉਤਾਰਨ ਆਇਆ ਸੀਗਾ, ਮੋਡਮ ਉਤਾਰ ਕੇ ਲੈ ਗਿਆ, ਸਾਨੂੰ ਸ਼ਿਫਟ ਦੇ ਗਿਆ। ਉਸ ਤੋਂ ਬਾਅਦ ਉਹ ਪਤਾ ਨਹੀਂ ਕੀ ਕਰਨ ਲੱਗਿਆ ਉੱਪਰ ਜਾ ਕੇ, ਉਦੋਂ ਬਲਾਸਟ ਹੋਇਆ, ਫੋਨ ਆਇਆ ਮੈਨੂੰ, ਫਿਰ ਮੈਂ ਵਾਪਸ ਆਇਆ ਦੁਕਾਨ 'ਤੇ। ਟੈਲੀਫੋਨ ਤੇ ਸਲਾਹ ਮਿਲੀ ਸੀ ਜਿਵੇਂ ਨਗਰ ਦੇ ਏਰੀਏ ਦੇ ਵਿੱਚ ਮਾਰਕੀਟ ਵਿੱਚ ਦੁਕਾਨਾਂ ਤੇ ਚੱਲਦੀ ਹੈ, ਜਿਸ ਦੇ ਮੌਕੇ 'ਤੇ ਗਏ ਸੀਗੇ। ਜੋ ਦੇਖਿਆ ਕਿ ਬਾਬਾ ਬਿਲਡਰ ਮਟੀਰੀਅਲ ਵਾਲੇ ਨੇ ਵਾਈਫਾਈ ਵਾਲਾ ਤਾਰ ਨਾਲ ਪ੍ਰੋਸੈਸਰ ਨੂੰ ਬਣਾਇਆ ਹੈ, ਜਿਹੜਾ ਉੱਥੇ ਤਾਰ ਪਾ ਰਿਹਾ ਸੀਗਾ, ਜਿਹੜੀ ਉੱਪਰੋਂ ਹਾਈ ਵੋਲਟੇਜ ਤਾਰਾਂ ਜਾ ਰਹੀਆਂ ਸੀਗੀਆਂ, ਉਹਦੇ ਨਾਲ ਵਾਈਫਾਈ ਦੀ ਤਾਰ ਟਕਰਾਉਣ ਕਾਰਨ ਹਾਦਸਾ ਹੋਇਆ ਸੀਗਾ ਲੱਗਦਾ, ਜਿਹਨਾਂ 2-3 ਦੁਕਾਨਦਾਰਾਂ ਦਾ ਅੱਗ ਪਹੁੰਚਣ ਕਰਕੇ ਨੁਕਸਾਨ ਹੋਇਆ। ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਜਗਰਾਉਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਸੇ ਵੀ ਕਿਸਮ ਦੀ ਕੋਈ ਕੋਤਾਹੀ ਨਹੀਂ ਵਰਤਣਾ ਚਾਹੁੰਦਾ। ਇਸ ਨੂੰ ਲੈ ਕੇ ਜਗਰਾਉਂ ਦੇ ਡੀਐਸਪੀ ਦੀ ਅਗਵਾਈ ਦੇ ਵਿੱਚ 60 ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਵੱਖ-ਵੱਖ ਪੋਲਿੰਗ ਬੂਥਾਂ ਤੇ ਚੈਕਿੰਗ ਲਈ ਭੇਜੀਆਂ ਗਈਆਂ ਨੇ। ਇਸ ਮੌਕੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਕੋਈ ਵੀ ਪੋਲਿੰਗ ਬੂਥਾਂ ਤੇ ਉਲੰਘਣਾ ਕਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਨਾਜ਼ੁਕ ਅਤੇ ਅਤੀ ਨਾਜ਼ੁਕ ਬੂਥਾਂ ਦੀ ਵੀਡੀਓਗ੍ਰਾਫੀ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਨੇ। ਉਧਰ ਦੂਜੇ ਪਾਸੇ ਰਾਏਕੋਟ ਪੁਲਿਸ ਦੇ ਵੱਲੋਂ ਵੀ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਇਸ ਦੌਰਾਨ ਡੀਐਸਪੀ ਰਾਏਕੋਟ ਸੁਖਨਾਥ ਸਿੰਘ ਵੱਲੋਂ ਪੋਲਿੰਗ ਬੂਥਾਂ ਦੇ ਜਾਣ ਵਾਲੀਆਂ ਟੀਮਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਹਨਾਂ ਨੂੰ ਚੋਣਾਂ ਨਿਰਪੱਖ ਅਤੇ ਅਮਨ ਅਮਾਨ ਦੇ ਨਾਲ ਕਰਵਾਉਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਉੱਥੇ ਹੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੇ ਲਈ ਵੀ ਆਦੇਸ਼ ਜਾਰੀ ਕੀਤਾ ਗਿਆ ਹੈ। ਸਾਡੀਆਂ ਤਿਆਰੀਆਂ ਜੀ, ਪੂਰਾ ਪ੍ਰਬੰਧ ਸਾਡਾ ਫੁੱਲ ਹੈ ਜੀ। ਹੁਣ ਇੱਥੇ ਮੈਂ ਪੋਲਿੰਗ ਪਾਰਟੀਜ਼ ਡਿਸਪੈਚ ਕਰ ਰਿਹਾ ਸੀ। ਸਾਡੇ ਇੱਥੇ 15 ਵਾਰਡ ਨੇ, 30 ਬੂਥ ਨੇ ਤੇ ਸਾਡੇ ਅਪਰੋਕਸੀਮੇਟਲੀ 85 ਬੰਦੇ ਤਾਂ ਬੂਥ ਤੇ ਲੱਗੀ ਹੈ ਜੀ ਫੋਰਸ। ਮੈਂ ਉਹਨਾਂ ਨੂੰ ਬਰੀਫ ਕਰਕੇ ਹਟਿਆ। ਇਸ ਤੋਂ ਇਲਾਵਾ ਸਾਡੇ ਸ਼ਹਿਰ 'ਚ 5 ਨਾਕੇ ਲੱਗੇ ਨੇ, ਜਿਹੜੇ ਪ੍ਰੋਮੀਨੈਂਟ ਪੁਆਇੰਟਸ ਤੇ ਸਾਡੇ 5 ਨਾਕੇ ਲੱਗੇ ਆ ਸ਼ੋਅ ਆਫ ਫੋਰਸ ਲਈ ਤੇ ਕੋਈ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ। ਇਸ ਤੋਂ ਇਲਾਵਾ ਸਾਡੀਆਂ 3 ਪੈਟਰੋਲਿੰਗ ਪਾਰਟੀਜ਼ ਨੇ, ਹਰ ਇੱਕ ਸਬ ਇੰਸਪੈਕਟਰ ਵੱਲੋਂ ਹੈਡਡ ਹੈ ਜੀ। ਉਸ ਤੋਂ ਇਲਾਵਾ 2 ਡੀਐਸਪੀ ਸਾਹਿਬ ਦੀ ਡਿਊਟੀ ਲੱਗੀ ਹੈ, ਇੱਕ ਮੈਂ ਤੇ ਓਵਰਆਲ ਸੁਪਰਵਿਜ਼ਨ ਇੱਕ ਐਸਪੀ ਸਾਹਿਬ ਕੋਲ ਹੈ ਜੀ। ਠੀਕ ਹੈ ਜੀ। ਆਪਣੇ ਕੋਲੇ ਕੋਈ ਸੰਵੇਦਨਾਸ਼ੀਲ ਜਾਂ ਕੁਛ ਇਸ ਤਰੀਕੇ ਦੇ ਬੂਥਾਂ ਦੀ ਕੋਈ ਆਈ ਹੈ ਸੈਂਸਿਟਿਵ ਵਗੈਰਾ? ਅਸੀਂ ਜੀ ਥੋੜ੍ਹੀ ਜੀ ਪਾਸਟ ਹਿਸਟਰੀ ਦੇਖਦੇ ਹੋਏ ਤੇ ਹੁਣ ਕੈਂਡੀਡੇਟਸ ਦੇਖਦੇ ਹੋਏ ਅਸੀਂ 5 ਬੂਥਸ ਨੂੰ ਸੈਂਸਿਟਿਵ ਡਿਕਲੇਅਰ ਕੀਤਾ ਤੇ ਇੱਕ ਬੂਥ ਨੂੰ ਹਾਈਪਰ ਸੈਂਸਿਟਿਵ ਡਿਕਲੇਅਰ ਕੀਤਾ। ਉੱਥੇ ਫਿਰ ਨੋਰਮ ਦੇ ਮੁਤਾਬਿਕ ਥੋੜ੍ਹੀ ਐਡੀਸ਼ਨਲ ਫੋਰਸ ਲੱਗ ਗਈ ਹੈ ਤੇ ਉੱਥੇ ਅਸੀਂ ਪੈਟਰੋਲਿੰਗ ਵੀ ਵੱਧ ਰੱਖਾਂਗੇ। ਤੇ ਜਿਹੜੇ ਆਪਣੇ ਬੂਥਾਂ ਦੇ ਉੱਪਰ ਸਿਕਿਉਰਿਟੀ ਪਰਪਸ ਦੇ ਤੌਰ ਤੇ ਕੀ ਆਪਾਂ ਕੰਮ ਕੀਤੇ ਗਏ ਨੇ, ਪ੍ਰਬੰਧ ਕੀਤੇ ਗਏ? ਬੂਥਾਂ ਦੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਅਸੀਂ ਜਿਵੇਂ ਕਈਆਂ 'ਚ ਤਾਂ ਕੈਮਰੇਜ਼ ਪਹਿਲਾਂ ਹੀ ਲੱਗੇ ਹੋਏ ਸੀ, ਜਿਵੇਂ ਸਕੂਲ ਵਗੈਰਾ 'ਚ, ਉਹਨਾਂ ਦੇ ਅਸੀਂ ਕੈਮਰਿਆਂ ਦੇ ਐਂਗਲ ਥੋੜ੍ਹੇ ਸੜਕ ਵੱਲ ਨੂੰ ਕਰਾਤੇ ਨੇ। ਅਪਾਰਟ ਫਰੋਮ ਦੈਟ 5 ਤੋਂ 6 ਪੋਲਿੰਗ ਲੋਕੇਸ਼ਨਸ ਤੇ ਅਸੀਂ ਆਪਣੇ ਲੈਵਲ ਤੇ ਸੀਸੀਟੀਵੀ ਕੈਮਰਾਜ਼ ਲਵਾਏ ਨੇ। ਲੁਧਿਆਣਾ ਦੇ ਦੁਰਾਹਾ, ਰਾਏਕੋਟ, ਖੰਨਾ, ਜਗਰਾਉਂ ਅਤੇ ਪਾਇਲ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਖਾਸ ਤੌਰ ਤੇ ਲੁਧਿਆਣਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਵੱਲੋਂ ਚੋਣ ਸਥਾਨ ਦਾ ਦੌਰਾ ਕੀਤਾ ਗਿਆ ਤੇ ਚੋਣਾਂ ਦੇ ਵਿੱਚ ਲੱਗੇ ਅਮਲੇ ਦੇ ਨਾਲ ਗੱਲਬਾਤ ਕਰਕੇ ਨਿਰਪੱਖ ਚੋਣਾਂ ਕਰਵਾਉਣਾ ਸੁਨਿਸ਼ਚਿਤ ਕੀਤਾ ਗਿਆ। ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਜਿਹੜੀ ਕੱਲ੍ਹ ਇਲੈਕਸ਼ਨ ਹੋਣ ਜਾ ਰਹੀ ਹੈ, ਉਹਦੀ ਪੁਲਿਸ ਵੱਲੋਂ ਸਾਰੇ ਸੁਰੱਖਿਆ ਦੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਸਾਡੇ ਸਾਨੇਵਾਲ ਦੇ ਵਿੱਚ ਇੱਕ ਜਗ੍ਹਾ ਪੋਲਿੰਗ ਬੂਥ ਬਣਾਇਆ, ਜਿੱਥੇ 2 ਪੋਲਿੰਗ ਬੂਥ ਬਣਾਏ ਗਏ ਹਨ ਇੱਕ ਹੀ ਸਕੂਲ ਦੇ ਵਿੱਚ। ਤੇ ਅਸੀਂ ਨਾਕੇ ਵੀ ਇਸ ਪੂਰੇ ਏਰੀਆ ਦੇ ਵਿੱਚ ਲਗਾ ਰਹੇ ਹਨ। ਇੰਟਰ ਡਿਸਟ੍ਰਿਕਟ ਨਾਕਾਜ਼ ਵੀ ਸੈਟਅਪ ਕਰ ਰਹੇ ਹਨ, ਪੈਟਰੋਲਿੰਗ ਪਾਰਟੀਜ਼ ਵੀ ਬਣਾਈਆਂ ਹਨ ਤੇ ਸਾਨੂੰ ਪੂਰਨ ਉਮੀਦ ਹੈ ਕਿ ਇਹ ਜਿਹੜੀ ਪੋਲਿੰਗ ਹੈ ਇਹ ਸ਼ਾਂਤੀਪੂਰਵਕ ਸੰਪੰਨ ਹੋ ਜਾਵੇਗੀ। ਤੇ ਫਲੈਗ ਮਾਰਚ ਵੀ ਅੱਜ ਅਸੀਂ ਪੁਲਿਸ ਦੀ ਟੀਮਾਂ ਪੂਰੇ ਏਰੀਆ ਦੇ ਵਿੱਚ ਕਰ ਰਹੀਆਂ ਹਨ ਤੇ ਕਿਸੇ ਤਰੀਕੇ ਦੀ ਕੋਈ ਆਸ਼ੰਕਾ ਪੁਲਿਸ ਨੂੰ ਨਹੀਂ ਹੈ ਕਿ ਕੋਈ ਗੜਬੜ ਹੋਵੇ। ਲੁਧਿਆਣਾ ਜ਼ਿਲ੍ਹੇ ਵਿੱਚ ਕੱਲ 8 ਥਾਵਾਂ ਤੇ ਚੋਣਾਂ ਹੋਣੀਆਂ ਨੇ, ਜਿਸ 'ਚ ਕਿ 6 ਥਾਵਾਂ ਤੇ ਲੋਕਲ ਬਾਡੀਜ਼ ਦੀਆਂ ਰੈਗੂਲਰ ਚੋਣਾਂ ਨੇ ਔਰ 2 ਥਾਵਾਂ ਸਾਹਨੇਵਾਲ ਔਰ ਮੁੱਲਾਂਪੁਰ ਇੱਥੇ ਇੱਕ ਵਾਰਡ ਦੀ ਜ਼ਿਮਨੀ ਚੋਣ ਹੈਗੀ ਹੈ। ਟੋਟਲ 114 ਸਾਡੇ ਵਾਰਡ ਬਣਦੇ ਨੇ ਔਰ 258 ਪੋਲਿੰਗ ਬੂਥ ਨੇ। ਲੋਕਲ ਬਾਡੀਜ਼ ਦੀ ਇਲੈਕਸ਼ਨਸ ਨੂੰ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਉਣ ਦੇ ਲਈ ਰਿਟਰਨਿੰਗ ਆਫਿਸਰਸ, ਪੁਲਿਸ ਆਫਿਸਰਸ, ਜਿਸ 'ਚ ਕਿ ਸੀਪੀ ਸਾਹਿਬ ਦੇ ਅਫਸਰ ਸਾਹਿਬਾਨ ਵੀ ਸ਼ਾਮਿਲ ਨੇ, ਐਸਐਸਪੀ ਰੂਰਲ ਜਗਰਾਉਂ, ਐਸਐਸਪੀ ਖੰਨਾ ਔਰ ਸਾਰੇ ਐਸਡੀਐਮ ਸਾਹਿਬਾਨ ਜਿਹੜੇ ਹੈਗੇ ਨੇ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਪ੍ਰਬੰਧ ਕੀਤੇ ਨੇ। ਏਡੀਸੀਡੀ ਆਫਿਸ ਇਸ ਨੂੰ ਬਹੁਤ ਅੱਛੀ ਤਰ੍ਹਾਂ ਕੋਆਰਡੀਨੇਟ ਕਰ ਰਿਹਾ। ਹੁਣ ਤੱਕ ਅਨਇਵੈਂਟਫੁਲ ਰਿਹਾ ਹੈਗਾ, ਬਿਲਕੁਲ ਸਮੂਥ ਹੁਣ ਤੱਕ ਰਿਹਾ ਹੁਣ ਤੱਕ ਦਾ ਪ੍ਰੋਸੈਸ। ਅੱਜ 13 ਫਰਵਰੀ ਵਾਲੇ ਦਿਨ ਜਿਹੜੀਆਂ ਪੋਲਿੰਗ ਪਾਰਟੀਜ਼ ਨੇ ਉਹਨਾਂ ਨੂੰ ਰਵਾਨਾ ਕੀਤਾ ਜਾ ਰਿਹਾ। ਪੈਟਰੋਲਿੰਗ ਪਾਰਟੀਜ਼ ਔਰ ਹਰ ਇੱਕ ਬੂਥ ਦੇ ਉੱਪਰ ਸੁਰੱਖਿਆ ਪ੍ਰਬੰਧ, ਨਾਕਾਬੰਦੀ,
ਸਾਰਾ ਕੁਝ ਜਿਹੜਾ ਹੈਗਾ ਆਬਜ਼ਰਵਰ ਸਾਹਿਬਾਨ ਔਰ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਜੋ ਵੀ ਹਦਾਇਤਾਂ ਆ ਰਹੀਆਂ ਨੇ ਉਹਦੇ ਅਨੁਸਾਰ ਹੋ ਰਿਹਾ। ਮੈਂ ਸਾਰੇ ਵੋਟਰਾਂ ਨੂੰ, ਸੂਝਵਾਨ ਵੋਟਰਾਂ ਨੂੰ ਇਹ ਭਰੋਸਾ ਦਿਵਾਨਾ ਕਿ ਕੱਲ੍ਹ ਜਿਹੜੀ ਚੋਣ ਹੈ ਉਹ ਨਿਰਪੱਖ ਤਰੀਕੇ ਨਾਲ, ਸ਼ਾਂਤੀਪੂਰਨ ਤਰੀਕੇ ਨਾਲ ਹੋਊਗੀ। ਸਾਰਿਆਂ ਨੂੰ ਅਪੀਲ ਹੈ ਕਿ ਬਾਹਰ ਆ ਕੇ ਵੱਧ ਤੋਂ ਵੱਧ ਆਪਦੀ ਜਿਹੜੀ ਵੋਟ ਦੀ ਸ਼ਕਤੀ ਹੈ ਉਹਦਾ ਪ੍ਰਯੋਗ ਫ੍ਰੀ ਐਂਡ ਫੇਅਰ ਤਰੀਕੇ ਨਾਲ ਕੀਤਾ ਜਾਵੇ। ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਵਾਧਿਆ ਹੁਣ ਅਗਲੀ ਖਬਰ ਦੇ ਵੱਲ। ਰਾਏਕੋਟ ਨਗਰ ਕੌਂਸਲ ਦੀਆਂ ਵੋਟਾਂ ਲਈ ਰਾਏਕੋਟ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਮੁਕੰਮਲ ਤਾਂ ਕਰ ਲਈਆਂ ਗਈਆਂ ਨੇ। ਇਸ ਦੌਰਾਨ ਚੋਣ ਸਮੱਗਰੀ ਲੈ ਕੇ ਟੀਮਾਂ ਪੋਲਿੰਗ ਬੂਥਾਂ ਦੇ ਵੱਲ ਰਵਾਨਾ ਕੀਤੀਆਂ ਗਈਆਂ ਨੇ। ਇਸ ਮੌਕੇ ਰਿਟਰਨਿੰਗ ਅਧਿਕਾਰੀ ਡਾਕਟਰ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਰਾਏਕੋਟ ਸ਼ਹਿਰ ਦੇ ਵਿੱਚ ਕੁੱਲ 20,720 ਵੋਟਾਂ ਨੇ। ਰਾਏਕੋਟ ਸ਼ਹਿਰ ਦੇ ਵਿੱਚ 15 ਵਾਰਡ ਨੇ, ਪਰ ਕੋਵਿਡ-19 ਦੇ ਮੱਦੇਨਜ਼ਰ 30 ਪੋਲਿੰਗ ਬੂਥ ਬਣਾਏ ਗਏ ਨੇ, ਜਿਨ੍ਹਾਂ ਦੇ ਵਿੱਚੋਂ 10 ਸੰਵੇਦਨਸ਼ੀਲ ਅਤੇ 2 ਅਤੀ ਸੰਵੇਦਨਸ਼ੀਲ ਬੂਥ ਨੇ। ਇਸ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਅੱਜ ਅਸੀਂ SGG ਸਕੂਲ ਤੋਂ ਸਾਰੀ ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ 30 ਬੂਥਾਂ ਦੇ ਉੱਤੇ ਰਵਾਨਾ ਕਰ ਰਹੇ ਹੈਗੇ। ਸਾਰੀਆਂ ਪੋਲਿੰਗ ਪਾਰਟੀਆਂ ਕੰਪਲੀਟ ਹੋ ਗਈਆਂ ਨੇ। ਉਹਨਾਂ ਨੂੰ ਸਮਾਨ ਜਿਹੜਾ ਜ਼ਰੂਰੀ ਸਮਾਨ ਹੈ ਉਹ ਮੁਹੱਈਆ ਕਰਵਾ ਦਿੱਤਾ ਹੈ। ਉਹਨਾਂ ਨੂੰ ਸਮਾਨ ਦੀ ਚੈਕਿੰਗ ਕਰਵਾ ਦਿੱਤੀ ਹੈਗੀ ਹੈ। ਚੈਕਿੰਗ ਕਰਾ ਕੇ ਉਹਨਾਂ ਨੇ ਆਪਣਾ ਖਾਣਾ ਖਾ ਕੇ ਹੁਣ ਬੱਸਾਂ ਦੇ ਵਿੱਚ ਸਵਾਰ ਹੋ ਕੇ ਆਪਣੀ ਆਪਣੀ ਪੋਲਿੰਗ ਬੂਥ 'ਤੇ ਚਲੇ ਜਾਣਗੇ। ਪੋਲਿੰਗ ਬੂਥਾਂ 'ਤੇ ਜਾ ਕੇ ਉਹਨਾਂ ਨੇ ਆਪਣੇ ਬੂਥ ਸੈਟਅਪ ਕਰਨੇ ਨੇ। ਆਲੇ ਦੁਆਲੇ ਦੀ ਚੈਕਿੰਗ ਕਰਨੀ ਹੈ ਵੀ ਕਿਸੇ ਤਰੀਕੇ ਦੀ ਕੋਈ ਕੈਨਵਸਿੰਗ ਨਾ ਹੋ ਰਹੀ ਹੋਵੇ। ਤੇ ਕੋਵਿਡ ਦੇ ਮੱਦੇਨਜ਼ਰ ਰੱਖਦੇ ਹੋਏ ਵੀ ਅਸੀਂ ਉਹਨਾਂ ਨੂੰ ਜ਼ਰੂਰੀ ਹਦਾਇਤਾਂ ਜਿਹੜੀਆਂ ਨੇ ਉਹ ਨਾਲ ਦੇ ਦਿੱਤੀਆਂ ਨੇ। ਕਹਿੰਦੇ ਨੇ ਸ਼ੌਂਕ ਕਿਸੇ ਉਮਰ ਦਾ ਮੁਹਤਾਜ ਨਹੀਂ ਹੁੰਦਾ, ਸ਼ੌਂਕ ਕਿਸੇ ਨੂੰ ਵੀ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ। ਗੱਲ ਕਰਾਂਗੇ ਲੁਧਿਆਣਾ ਦੇ ਇੱਕ ਅਜਿਹੇ ਡਾਕਟਰ ਦੀ ਜਿਸ ਨੂੰ ਆਪਣੇ ਪੇਸ਼ੇ ਤੋਂ ਕੁਝ ਵੱਖਰਾ ਕਰਨ ਦਾ ਸ਼ੌਂਕ ਹੈ। ਦੇਖੋ ਸਾਡੀ ਇਹ ਖਾਸ ਰਿਪੋਰਟ। ਲੁਧਿਆਣਾ ਦੇ ਵਿੱਚ ਇਕਬਾਲ ਨਰਸਿੰਗ ਹੋਮ ਚਲਾਉਂਦੇ ਡਾਕਟਰ ਜਗਜੀਤ ਸਿੰਘ ਪੇਸ਼ੇ ਤੋਂ ਡਾਕਟਰ ਨੇ, ਪਰ ਜਗਜੀਤ ਸਿੰਘ ਨੂੰ ਆਪਣੇ ਪੇਸ਼ੇ ਤੋਂ ਕੁਝ ਵੱਖਰਾ ਕਰਨ ਦਾ ਅਜਿਹਾ ਸ਼ੌਂਕ ਹੈ ਜਿਸ ਦੇ ਬਾਰੇ ਕੋਈ ਨਹੀਂ ਜਾਣਦਾ। ਡਾਕਟਰ ਜਗਜੀਤ ਸਿੰਘ ਨੂੰ 786 ਨੰਬਰਾਂ ਵਾਲੇ ਭਾਰਤੀ ਨੋਟ ਇਕੱਠੇ ਕਰਨ ਦਾ ਬੇਹੱਦ ਸ਼ੌਂਕ ਹੈ ਅਤੇ ਹੁਣ ਤੱਕ ਉਹ 50,000 ਤੋਂ ਜ਼ਿਆਦਾ ਨੋਟ ਇਕੱਠੇ ਕਰ ਚੁੱਕੇ ਨੇ ਅਤੇ ਉਹ ਪਿਛਲੇ 25 ਸਾਲਾਂ ਤੋਂ ਆਪਣੇ ਸ਼ੌਂਕ ਨੂੰ ਪੂਰਾ ਕਰਦਾ ਆ ਰਹੇ ਨੇ। ਇਹ ਸ਼ੌਕ ਕਰਨ ਦਾ ਜੀ, ਕੋਈ ਬੰਦਾ ਕਿਸੇ ਨਾ ਕੋਈ ਸ਼ੌਕ ਕਿਸੇ ਦਾ ਪੂਰਾ ਕਰਨਾ ਚਾਹੁੰਦਾ ਹੈ। ਇਹ ਮੈਂ ਕਿਤੇ ਬੈਠਾ ਸੀ ਆਪਣੇ ਯਾਰਾਂ ਮਿੱਤਰਾਂ 'ਚ ਤੇ ਉੱਥੇ ਇੱਕ ਬੰਦੇ ਨੇ ਆ ਕੇ ਕਿਹਾ ਵੀ ਮੇਰਾ ਵੀ ਇੱਕ ਸ਼ੌਕ ਰੱਖਦਾ। ਮੈਂ ਕਿਹਾ ਫਿਰ ਤੇਰਾ ਕੀ ਸ਼ੌਕ ਹੈਗਾ? ਕਹਿੰਦਾ ਜੀ ਮੈਂ 786 ਦੇ ਨੰਬਰ ਇਕੱਠੇ ਕਰਦਾ। ਤੇ ਮੈਂ ਕਿਹਾ ਯਾਰ ਇਹ ਕੋਈ ਸ਼ੌਕ ਇੰਨਾ ਅੱਛਾ ਤਾਂ ਹੈ ਨਹੀਂ ਵੀ ਇੱਕ ਤੂੰ ਨੋਟ ਇਕੱਠਾ ਕਰਦਾ। ਕਹਿੰਦਾ ਡਾਕਟਰ ਸਾਹਿਬ ਜੇ ਤੁਸੀਂ ਨੋਟ ਇਕੱਠੇ ਕਰਕੇ ਦਿਖਾਓਗੇ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ 786 ਕੀ ਚੀਜ਼ ਹੈ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਚੈਲੰਜ ਕਰਦਾ ਅਸੀਂ ਵੀ 786 ਨੋਟ ਇਕੱਠੇ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਕਹਿੰਦਾ ਡਾਕਟਰ ਸਾਹਿਬ ਭੁੱਲ ਜਾਓਗੇ, ਇਹ ਕੰਮ ਬੜਾ ਔਖਾ ਹੈ। ਇਹ ਨੋਟਾਂ ਬੈਂਕ ਦੇ ਵਿੱਚੋਂ ਨੋਟ ਆਉਂਦੇ, ਉਹ 'ਚੋਂ 786 ਸਾਫ਼ ਹੁੰਦਾ ਔਰ 786 ਨੋਟ ਵਿਕਦਾ। ਤੁਸੀਂ ਕਿੰਨੇ ਖਰੀਦ ਕੇ ਸ਼ੌਕ ਪੂਰਾ ਕਰ ਲਓਗੇ? ਮੈਂ ਕਿਹਾ ਮੈਂ ਨੋਟ ਖਰੀਦਾਂਗਾ ਨਹੀਂ, ਮੈਂ ਇੱਕ ਸਿੰਗਲ ਕਰ ਕਰਕੇ ਨੋਟਾਂ ਨੂੰ ਜਮ੍ਹਾਂ ਕਰਾਂਗਾ। ਤੇ ਤਕਰੀਬਨ 20-25 ਸਾਲ ਤੋਂ ਮੈਂ ਸ਼ੌਕ ਕਰਦਾ। ਇਸ ਸ਼ੌਂਕ ਨੂੰ ਅੱਗੇ ਵਧਾਉਣ ਦੇ ਵਿੱਚ ਡਾਕਟਰ ਜਗਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਵੀ ਉਹਨਾਂ ਦਾ ਸਾਥ ਦਿੰਦੀ ਹੈ। ਉਹਨਾਂ ਨੇ ਦੱਸਿਆ ਕਿ ਨੋਟਬੰਦੀ ਦੇ ਕਾਰਨ ਹਾਲਾਂਕਿ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ, ਪਰ ਉਹਨਾਂ ਨੇ ਮੁੜ 786 ਨੰਬਰਾਂ ਵਾਲੇ ਨੋਟ ਇਕੱਠੇ ਕਰ ਲਏ ਨੇ। ਮੈਂ ਵੀ ਇੱਥੇ ਹਸਪੀਟਲ ਵਿੱਚ ਹੀ ਬੈਠਦੀ ਹਾਂ ਜੀ। ਤੇ ਮੈਂ ਜਦੋਂ ਸੁਣਿਆ ਸੀਗਾ ਕਿ ਡਾਕਟਰ ਸਾਹਿਬ 786, ਕਿਉਂਕਿ ਮੈਨੂੰ ਪਹਿਲੇ ਪਤਾ ਹੀ ਨਹੀਂ ਸੀਗਾ। ਜਦੋਂ ਕਦੀ 107 ਮੈਨੂੰ ਇਹਨਾਂ ਨੇ ਸਪੈਸ਼ਲ ਦਿਖਾਇਆ ਕਿ ਇਹ 786, ਮੈਂ ਕਿਹਾ ਤੇ ਮੁਸਲਿਮਸ ਦਾ ਲੱਕੀ ਨੰਬਰ ਹੁੰਦਾ, ਤੁਸੀਂ ਕਿਉਂ ਇਕੱਠੇ ਕਰਦੇ? ਕਹਿੰਦੇ ਬਸ ਐਵੇਂ ਮੈਨੂੰ ਸ਼ੌਕ ਹੈ। ਮੈਂ ਕਿਹਾ ਚਲੋ ਠੀਕ ਹੈ, ਸ਼ੌਕ ਹੈ। ਫਿਰ ਮੈਨੂੰ ਵੀ ਹੌਲੀ ਹੌਲੀ ਜਦੋਂ ਮੇਰੇ ਕੋਲ ਕੋਈ ਪੇਮੈਂਟ ਆਣੀ ਵਿੱਚੋਂ 786 ਨਿਕਲਣਾ ਤੇ ਮੈਂ ਅਲੱਗ ਕੱਢ ਕੇ ਰੱਖ ਦੇਣਾ ਤੇ ਇਹਨਾਂ ਨੂੰ ਕਹਿਣਾ ਡਾਕਟਰ ਸਾਹਿਬ ਇਹ ਤੁਹਾਡੇ ਲਈ ਮੈਂ ਇੱਕ ਲੈ ਕੇ ਆਈ ਹਾਂ। ਸੋ ਇਸ ਤਰ੍ਹਾਂ ਮੈਂ ਥੋੜ੍ਹਾ ਜਿਹਾ ਯੋਗਦਾਨ ਪਾਇਆ ਇਹਨਾਂ ਲਈ, ਔਰ ਅੱਛਾ ਵੀ ਲੱਗਦਾ ਹੈ ਕਿ ਮੇਰੇ ਹਸਬੈਂਡ ਨੂੰ ਕੋਈ ਤੇ ਸ਼ੌਕ ਹੈ। ਹੋਰ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਅਤੇ ਸ਼ੌਂਕ ਪਾਲਣ ਦੀ ਕੋਈ ਉਮਰ ਨਹੀਂ ਹੁੰਦੀ। ਲੁਧਿਆਣਾ ਤੋਂ ਤਰਸੇਮ ਭਰਦਵਾਜ ਦੇ ਨਾਲ ਰੋਹਿਤ ਦੀ ਰਿਪੋਰਟ, ਲੁਧਿਆਣਾ ਖਬਰਨਾਮਾ। ਲੁਧਿਆਣਾ ਵਿਖੇ ਆਲ ਇੰਡੀਆ ਕਾਂਗਰਸ ਦੇ ਵੱਲੋਂ ਡਾਕਟਰ ਐਚ.ਐਸ. ਗਿੱਲ ਦਾ ਖਾਸ ਤੌਰ ਤੇ ਸਨਮਾਨ ਕੀਤਾ ਗਿਆ। ਡਾਕਟਰ ਐਚ.ਐਸ. ਗਿੱਲ ਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਲੁਧਿਆਣਾ ਪਹੁੰਚਣ ਤੇ ਡਾਕਟਰ ਗਿੱਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਹਾਈ ਕਮਾਂਡ ਨੇ ਉਹਨਾਂ ਨੂੰ ਸੌਂਪੀ ਹੈ ਉਹ ਤਨਦੇਹੀ ਦੇ ਨਾਲ ਨਿਭਾਉਣਗੇ। ਅੱਜ ਕਾਂਗਰਸ ਦੀ ਸੀਨੀਅਰ ਸਮੁੱਚੀ ਲੀਡਰਸ਼ਿਪ ਸ਼੍ਰੀਮਤੀ ਸੋਨੀਆ ਗਾਂਧੀ ਜੀ, ਰਾਹੁਲ ਜੀ, ਪ੍ਰਿੰਕਾ ਜੀ, ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਅਖਿਲ ਭਾਰਤੀ ਕਾਂਗਰਸ ਸੰਗਠਨ ਦੇ ਪ੍ਰਧਾਨ ਸਾਹਿਬ ਅਤੇ ਮੈਂ ਉਹਨਾਂ ਦੀ ਹਾਈ ਕਮਾਂਡ ਤੋਂ ਜੋ ਸਾਡੇ ਕੋਲ ਡਾਕਟਰ
HS ਗਿੱਲ ਜੋ ਉਹਨਾਂ ਨੂੰ ਕਾਂਗਰਸ ਨੇ ਹਾਈ ਕਮਾਂਡ ਨੇ ਇਹਨਾਂ ਨੂੰ ਇੱਕ ਬਹੁਤ ਵੱਡਾ ਰੁਤਬਾ ਦੇ ਕੇ ਸਾਡੇ ਵਿੱਚ ਭੇਜਿਆ ਹੈ। ਅਸੀਂ ਡਾਕਟਰ RS ਗਿੱਲ ਦਾ ਇਸ ਸਰਕਟ ਹਾਊਸ ਦੇ ਵਿੱਚ ਆਉਣ ਵਾਸਤੇ ਸਾਡੀ ਲੁਧਿਆਣੇ ਦੀ ਸਾਰੀ ਕਾਂਗਰਸ ਦੀ ਸਮੁੱਚੀ ਟੀਮ ਉਹਨਾਂ ਨੂੰ ਜੀ ਆਇਆਂ ਕਹਿੰਦੀ ਹੈ ਔਰ ਉਹਨਾਂ ਦਾ ਇਸ ਮੌਕੇ ਦੇ ਉੱਤੇ ਆਉਣ 'ਤੇ ਸਵਾਗਤ ਕਰਦੀ ਹੈ। ਜਿਹੜਾ ਮੈਨੂੰ ਮਾਣ ਬਖਸ਼ਿਆ ਹੁਣ ਕਾਂਗਰਸ ਸੰਗਠਨ ਜਨਰਲ ਸੈਕਟਰੀ ਮੈਨੂੰ ਪੰਜਾਬ ਦਾ ਬਣਾਇਆ ਗਿਆ, ਉਹਦੇ 'ਚ ਮੈਂ ਆਪਣੀ ਤਨਦੇਹੀ ਮਿਹਨਤ ਕਰਕੇ ਸਾਰੀ ਕਾਂਗਰਸ ਪਾਰਟੀ ਨੂੰ ਮੈਂ ਸਟਰੋਂਗ ਵੀ ਕਰਨਾ, ਪਿੰਡ ਪੱਧਰ 'ਤੇ, ਬਲਾਕ ਪੱਧਰ 'ਤੇ, ਤਹਿਸੀਲ ਪੱਧਰ 'ਤੇ, ਜ਼ਿਲ੍ਹਾ ਪੱਧਰ 'ਤੇ ਸਾਰੇ ਬਾਈ ਜ਼ਿਲ੍ਹਿਆਂ 'ਚ ਮੈਂ ਜਾਣਾ। ਉਹ ਸਾਰੇ ਜਿਹੜੇ ਸਮੂਹ ਵਰਗ ਨੇ ਜਿਹੜੇ ਇੱਥੇ ਹੀ ਆਪਣੇ ਵਿਰਾਜਮਾਨ ਨੇ, ਤੁਸੀਂ ਇੰਟਰੋਡਕਸ਼ਨ ਬਾਅਦ 'ਚ ਲੈ ਲਿਓ, ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ, ਧੰਨਵਾਦ ਮੈਂ ਐਡਵਾਂਸ 'ਚ ਕਰ ਰਿਹਾ। ਉਹਨਾਂ ਬਾਰੇ ਮੈਂ ਇਹਨਾਂ ਦੀਆਂ ਜਿੰਨੀਆਂ ਵੀ ਪ੍ਰੋਬਲਮ ਹੋਣਗੀਆਂ, ਸਮੱਸਿਆ ਭਾਵੇਂ DC ਲੈਵਲ 'ਤੇ ਆ, ਭਾਵੇਂ ਕਿਸੇ ਲੈਵਲ 'ਤੇ ਨੇ, ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਕੋਈ ਸਮੱਸਿਆ ਨੂੰ ਹੈ, ਕਿਸੇ ਮਹਿਕਮੇ 'ਚ ਹੈਗੀ ਹੈ, ਈਵਨ ਚੰਡੀਗੜ੍ਹ ਦੇ ਲੈਵਲ 'ਤੇ ਹੈ, ਈਵਨ ਦਿੱਲੀ ਦੇ ਲੈਵਲ 'ਤੇ ਹੈ ਨਾ ਗੌਰਮੈਂਟ ਦੀਆਂ ਨਾਲ, ਇਹ ਸਾਰੀ ਮੈਂ ਕਰਨੀ ਆ। ਇਹ ਮੇਰੇ ਤੁਹਾਡੇ ਨਾਲ ਵਾਅਦੇ ਹੈਗੇ ਆ ਔਰ ਮੈਨੂੰ ਇਸ ਗੱਲ ਦਾ ਸ਼ੌਂਕ ਹੀ ਹੈ। ਮੈਂ ਤਾਂ ਹੀ ਇੰਨੀ ਤੁਹਾਡੀ ਮਿਹਨਤ ਕਰਕੇ ਇੰਟਰਨੈਸ਼ਨਲ ਲੈਵਲ ਤੇ ਪਹੁੰਚਿਆ। ਉਧਰ ਯੂਥ ਫੈਡਰੇਸ਼ਨ ਲੁਧਿਆਣਾ ਦੇ ਵੱਲੋਂ ਸੰਤ ਬਾਬਾ ਹਰਭਜਨ ਸਿੰਘ ਗੁਰਮਤਿ ਸੰਗੀਤ ਵਿਦਿਆਲਿਆ ਵਿਖੇ ਬੱਚਿਆਂ ਦਾ ਗੁਰਮਤਿ ਸੰਗੀਤ ਸਮਾਗਮ ਕਰਵਾਇਆ ਗਿਆ, ਜਿੱਥੇ ਟ੍ਰੈਫਿਕ ਪੁਲਿਸ ਇੰਚਾਰਜ ਲੁਧਿਆਣਾ ਗੁਰਦੇਵ ਸਿੰਘ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਪੁਲਿਸ ਅਧਿਕਾਰੀ ਗੁਰਦੇਵ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਵਿਦਿਆ ਲੈਣ ਦੀ ਸ਼ਲਾਘਾ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਪ੍ਰੇਰਣਾ ਦਿੱਤੀ। ਅੱਜ ਇਹਨਾਂ ਨੇ ਇੱਥੇ ਮੈਨੂੰ ਮਾਣ ਦੇਣ ਵਾਸਤੇ ਵੀ ਬੁਲਾਇਆ ਸੀ ਤੇ ਸਾਡਾ ਰੋਡ ਸੇਫਟੀ ਦਾ 32ਵਾਂ ਰੋਡ ਸੇਫਟੀ ਮੰਥ ਜਿਹੜਾ ਹੈਗਾ ਉਹ ਚੱਲ ਰਿਹਾ। ਅਸੀਂ ਬੱਚਿਆਂ ਨਾਲ ਆਪਣੀਆਂ ਉਹ ਗੱਲਾਂ ਵੀ ਸਾਂਝੀਆਂ ਕਰਨਾ ਚਾਹੁੰਦੇ ਸੀ। ਸੋ ਅੱਜ ਅਸੀਂ 2-3 ਗੱਲਾਂ ਇਕੱਠੀਆਂ ਮਨਾਉਂਦੇ ਹੋਏ ਅੱਜ ਜਿੱਥੇ ਅਸੀਂ ਕੀਰਤਨ ਦਾ ਆਨੰਦ ਮਾਣਿਆ, ਉੱਥੇ ਨਾਲ ਹੀ ਮੈਂ ਪਿਆਰੇ ਪਿਆਰੇ ਬੱਚਿਆਂ ਨੂੰ ਰੋਡ ਸੇਫਟੀ ਦੇ ਨਿਯਮਾਂ ਨੂੰ ਮੰਨਣ ਵਾਸਤੇ ਪ੍ਰੇਰਿਤ ਕੀਤਾ। ਸੰਤ ਬਾਬਾ ਹਰਭਜਨ ਸਿੰਘ ਜੀ ਨਿਸ਼ਕਾਮ ਗੁਰਮਤਿ ਸੰਗੀਤ ਵਿਦਿਆਲਿਆ ਜੋ ਕਿ ਦਾਸ ਦੇ ਗ੍ਰਹਿ ਵਿਖੇ ਚੱਲ ਰਹੀ ਸੀ, ਉਸ ਦੇ ਵਿੱਚ ਅੱਜ ਵਿਸ਼ੇਸ਼ ਤੌਰ 'ਤੇ ਸਾਡੇ ACP ਗੁਰਦੇਵ ਸਿੰਘ ਜੀ ਆ ਕੇ ਬੱਚਿਆਂ ਨੂੰ ਜਿੱਥੇ ਉਹਨਾਂ ਨੇ ਆਸ਼ੀਰਵਾਦ ਦਿੱਤਾ, ਉੱਥੇ ਹੀ ਉਹਨਾਂ ਦੇ ਜੋ ਕਿ ਉਹਨਾਂ ਨੂੰ ਨੈਸ਼ਨਲ ਰੋਡ ਸੇਫਟੀ ਅਵਾਰਡ ਜੋ ਕਿ ਮਿਲਿਆ, ਸਾਡੇ ਲੁਧਿਆਣਾ ਵਾਸਤੇ ਮਾਣ ਵਾਲੀ ਗੱਲ ਹੈ। ਉਹ ਉਸ ਦੇ ਸੰਬੰਧ ਦੇ ਵਿੱਚ ਲੁਧਿਆਣਾ ਯੂਥ ਫੈਡਰੇਸ਼ਨ ਨੂੰ ਅੱਜ ਫਖਰ ਲੁਧਿਆਣਾ ਦੇ ਅਵਾਰਡ ਨਾਲ ਅੱਜ ACP ਸਾਹਿਬ ਨੂੰ ਸਨਮਾਨਿਤ ਕੀਤਾ ਗਿਆ, ਜਿੱਥੇ ਉਹਨਾਂ ਵਾਸਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਐਸੀ ਤਰ੍ਹਾਂ ਚੜ੍ਹਦੀ ਕਲਾ 'ਚ ਰੱਖਣ ਤੇ ਵੱਧ ਚੜ੍ਹ ਕੇ ਜਿਸ ਤਰ੍ਹਾਂ ਉਹ ਲੁਧਿਆਣਾ ਸ਼ਹਿਰ ਦੀ ਅੱਗੇ ਹੋ ਕੇ ਸੇਵਾ ਕਰਦੇ ਨੇ, ਇਸੇ ਤਰ੍ਹਾਂ ਉਹ ਸੇਵਾ ਕਰਦੇ ਰਹਿਣ। ਲੁਧਿਆਣਾ ਦੇ ਵਿੱਚ ਲక్ష్ਮੀ ਲੇਡੀਜ਼ ਕਲੱਬ ਦੇ ਵੱਲੋਂ ਫੈਸ਼ਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਭਾਰਤ ਦੇ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਰੋਹਿਤ ਵਰਮਾ ਦੇ ਵੱਲੋਂ ਤਿਆਰ ਕੀਤੇ ਗਏ ਕੱਪੜਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਕੌਂਸਲਰ ਅਤੇ ਕਾਂਗਰਸੀ ਆਗੂ ਮਮਤਾ ਆਸ਼ੂ ਨੇ ਵੀ ਇੱਥੇ ਸ਼ਿਰਕਤ ਕੀਤੀ। ਇਸ ਦੌਰਾਨ ਇਸ ਪ੍ਰਦਰਸ਼ਨੀ ਦੇ ਵਿੱਚ ਇੰਡੋ ਵੈਸਟਰਨ ਫਿਊਜ਼ਨ ਦਾ ਰੰਗ ਦੇਖਣ ਨੂੰ ਮਿਲਿਆ ਹੈ। ਉਧਰ ਫੈਸ਼ਨ ਡਿਜ਼ਾਈਨਰ ਰੋਹਿਤ ਵਰਮਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਵੀ ਅਜਿਹੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿਸ ਦਾ ਉਦੇਸ਼ ਮਹਿਲਾਵਾਂ ਨੂੰ ਅੱਗੇ ਲਿਆਉਣਾ ਹੈ। ਇਸ ਦੌਰਾਨ ਕੌਂਸਲਰ ਮਮਤਾ ਆਸ਼ੂ ਦੇ ਵੱਲੋਂ ਕੱਪੜਿਆਂ ਦੇ ਕਲੈਕਸ਼ਨ ਦੀ ਜੰਮ ਕੇ ਤਾਰੀਫ ਕੀਤੀ ਗਈ। आज मैं यहाँ पे लक्ष्मी लेडीज़ क्लब में मिस्टर रोहित वर्मा जो कि नोन फैशन डिज़ाइनर है बॉलीवुड इंडस्ट्री और इंडिया में एक फ़ेमस नाम है, उनकी कलेक्शन की इनॉग्रेशन के लिए आई हूँ। ये इंडिया फ्यूज़न एथनिक वेयर कलेक्शन है, जिसमें कि 200 के करीब जो इंडियन लेडीज़ हैं वीमेन एम्पावरमेंट को प्रमोट करने के लिए रोहित जी काम कर रहे हैं, वो सारे आज यहाँ पे शोकेस किए जाएंगे। और मैं तो सभी से यही गुजारिश करती हूँ कि प्लीज़ डू कम और यहाँ पे आइए, इंजॉय कीजिए और इनको सपोर्ट कीजिए। मैं यहाँ आई हूँ रोहित वर्मा की डिज़ाइनर कलेक्शन देखने, लक्ष्मी लेडीज़ क्लब। ये 1 डे एग्ज़िबिशन है और कलेक्शन बहुत ही सुंदर है। हर तरह के कलर्स हैं, कट्स हैं, इंडियन है, वेस्टर्न है एंड हर तरह की रेंज है। इट इज़ रियली ब्यूटीफुल एंड सबको आना चाहिए, देखना चाहिए। इट्स लवली कलेक्शन हियर। मैं मेक इन इंडिया कॉन्सेप्ट्स को बहुत सपोर्ट कर रहा हूँ। मैं जो हमारे वीवर्स हैं हिंदुस्तान में जिन्होंने पेंडेमिक में इतना नुकसान उठाया है, मैं उनको ये पूरा कलेक्शन उनसे मैंने इंस्पायर होकर बनाया है, उनसे मैंने फैब्रिक्स लिया है और हम लोग इसको जो भी है मैं चैरिटी पे इसका जो भी हमारी सेल होगी 10% मैं दूंगा उन संस्था को, उन फार्मर्स को जिन्होंने अपने घरों को घर से बेघर हो गए हैं, जो हमारे बनारस के वीवर्स हैं जो हैदराबाद में फैब्रिक्स को वीव करते हैं हमारे लिए, हम उनको सपोर्ट कर रहे हैं। आई होप ये एग्जीबिशन सक्सेसफुल हो
भारी से भारी तादाद में आइए और इसको सक्सेसफुल बनाइए। ਉਧਰ ਲੁਧਿਆਣਾ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਵੈਲੈਂਟਾਈਨ ਡੇ ਮਨਾਇਆ ਗਿਆ। ਇਸ ਦੌਰਾਨ ਮਹਿਲਾਵਾਂ ਨੇ ਨੱਚ ਗਾ ਕੇ ਅਤੇ ਕੇਕ ਕੱਟ ਕੇ ਵੈਲੈਂਟਾਈਨ ਡੇ ਦੀ ਖੁਸ਼ੀ ਮਨਾਈ। ਇਸ ਦੌਰਾਨ ਮਹਿਲਾਵਾਂ ਦਾ ਕਹਿਣਾ ਹੈ ਕਿ ਵੈਲੈਂਟਾਈਨ ਡੇ ਮਨਾਉਣਾ ਕੋਈ ਬੁਰੀ ਗੱਲ ਨਹੀਂ, ਬਲਕਿ ਇਹ ਪਿਆਰ ਦਾ ਸੰਦੇਸ਼ ਦੇਣ ਵਾਲਾ ਦਿਨ ਹੈ। ਵੈਲੈਂਟਾਈਨ ਤੇ ਬਹੁਤ ਇੰਜੋਏ ਕੀਤਾ। ਕਸ਼ਿਸ਼ ਨੇ ਇੰਨੇ ਅੱਛਾ ਅਰੇਂਜਮੈਂਟ ਕੀਤਾ ਹੈ, ਖਾਣੇ ਦਾ, ਡਾਂਸ ਦਾ, ਸੈਲੀਬ੍ਰੇਸ਼ਨ ਦਾ, ਮਜ਼ਾ ਆ ਜਾਂਦਾ ਹੈ। ਕਸ਼ਿਸ਼ ਤੇ ਹਰ ਫੰਕਸ਼ਨ ਬਹੁਤ ਅੱਛੇ ਜਾਂਦੇ ਹੈ और एक नया जोश ले आते हैं। एक रेड ड्रेस डाल के आनी, पूरा इंजॉय करना। घर लेडीज़ बैठियां बैठियां बोर हो जांदियां हैं, बाहर निकल के सजना, खुद नू तैयार करना और इत्थे आके इंजॉय करना एक नई उमंग लिया दिंदा लाइफ दे विच। इसी तरह बाकी सब नू भी वैलेंटाइन मनाना चाहिए और जो साडे होस्ट करते हैं कशिश, वो इन्ना अच्छा अरेंजमेंट करते हैं कि डबल मज़ा हो जाता है। नमस्कार जी, मैं एस्ट्रोलॉजर सोनिया मौदगिल लुधियाना तो। इस टाइम ਅਸੀਂ ਖੜੇ ਹਾਂ ਜੀ ਸਰਾਭਾ ਨਗਰ ਦੇ ਵਿੱਚ ਇੱਕ ਬੜੇ ਹੀ ਅੱਛੇ ਰੈਸਟੋਰੈਂਟ ਦੇ ਵਿੱਚ, ਜਿੱਥੇ ਕਿ ਅਸੀਂ ਵੈਲੈਂਟਾਈਨ ਡੇ ਸੈਲੀਬ੍ਰੇਟ ਕਰ ਰਹੇ ਹਾਂ और ਅਸੀਂ ਇਸ ਵੈਲੈਂਟਾਈਨ ਦੀ ਥੀਮ ਰੱਖੀ ਸੀ ਰੈੱਡ ਐਂਡ ਬਲੈਕ और ਸਾਰੀ ਹੀ ਲੇਡੀਜ਼ ਬਹੁਤ ਹੀ ਸੁੰਦਰ ਬਣ ਕੇ ਤਿਆਰ ਹੋ ਕੇ ਆਈਆਂ ਵਾ ਤੇ ਬਹੁਤ ਹੀ ਇੰਜੋਏ ਕਰ ਰਹੇ ਹਾਂ। ਅਸੀਂ ਇੱਥੇ ਤੰਬੋਲਾ ਖੇਲਿਆ, ਬਹੁਤ ਹੀ ਫਨ ਕੀਤਾ ਤੇ ਬਹੁਤ ਹੀ ਮਜ਼ਾ ਆ ਰਿਹਾ ਵਾ ਤੇ ਅਸੀਂ ਸਾਰਿਆਂ ਨੂੰ ਵੀ ਕਹਿੰਦੇ ਆ ਕਿ ਵੈਲੈਂਟਾਈਨ ਡੇ ਮਨਾਓ ਔਰ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਲਈ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਲੁਧਿਆਣਾ ਦੇ ਵਿੱਚ 7 ਸਾਲ ਦੀ ਬੱਚੀ ਦੇ ਜਬਰ ਜਨਾਹ ਦਾ ਮਾਮਲਾ। ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਪਹੁੰਚਿਆ ਲੁਧਿਆਣਾ। ਪੀੜਿਤ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ। ਮਾਮਲੇ ਦੀ ਜਾਂਚ ਲਈ SIT ਦਾ ਗਠਨ। ਲੁਧਿਆਣਾ GST ਵਿਭਾਗ ਦੇ ਵੱਲੋਂ ਵੱਡੀ ਕਾਰਵਾਈ। ਤੇਲ ਨਿਰਮਾਤਾ ਕੰਪਨੀ ਤੇ ਕੀਤੀ ਗਈ ਛਾਪੇਮਾਰੀ। ਕੰਪਨੀ ਦਫ਼ਤਰ ਤੋਂ ਬਰਾਮਦ ਕੀਤੇ ਨੇ 80 ਲੱਖ ਰੁਪਏ ਦਾ ਕੈਸ਼। ਕਈ ਅਹਿਮ ਦਸਤਾਵੇਜ਼ ਵੀ ਕੀਤੇ ਨੇ ਬਰਾਮਦ। ਕੰਪਨੀ ਤੇ GST ਟੈਕਸ ਚੁਰਾਉਣ ਦੇ ਲੱਗੇ ਨੇ ਦੋਸ਼। ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਲਈ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਮੁਕੰਮਲ। ਲੁਧਿਆਣਾ ਦੇ 114 ਵਾਰਡਾਂ ਦੇ ਵਿੱਚ ਹੋਣਗੀਆਂ ਚੋਣਾਂ। 258 ਪੋਲਿੰਗ ਬੂਥਾਂ ਤੇ ਹੋਵੇਗੀ VOTING। ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਦੇ ਕੀਤੇ ਗਏ ਪ੍ਰਬੰਧ। ਯੂਥ ਫੈਡਰੇਸ਼ਨ ਲੁਧਿਆਣਾ ਦੇ ਵੱਲੋਂ ਕਰਵਾਇਆ ਗਿਆ ਸਮਾਗਮ। ਬੱਚਿਆਂ ਲਈ ਕਰਵਾਇਆ ਗਿਆ ਗੁਰਮਤਿ ਸੰਗੀਤ ਸਮਾਗਮ। ਟ੍ਰੈਫਿਕ ਪੁਲਿਸ ਅਧਿਕਾਰੀ ਗੁਰਦੇਵ ਸਿੰਘ ਹੋਏ ਸ਼ਾਮਿਲ। ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਦਿੱਤੀ ਸਿੱਖਿਆ। ਲੁਧਿਆਣਾ 'ਚ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਰੋਹਿਤ ਵਰਮਾ ਦੇ ਕੱਪੜਿਆਂ ਦੀ ਪ੍ਰਦਰਸ਼ਨੀ ਦਾ ਆਯੋਜਨ। ਇੰਡੋ ਵੈਸਟਰਨ ਫਿਊਜ਼ਨ ਦਾ ਦਿਖਿਆ ਰੰਗ। ਕੌਂਸਲਰ ਮਮਤਾ ਆਸ਼ੂ ਨੇ ਵੀ ਲਿਆ ਹਿੱਸਾ। ਕੱਪੜਿਆਂ ਦੇ ਕਲੈਕਸ਼ਨ ਦੀ ਕੀਤੀ ਜੰਮ ਕੇ ਤਾਰੀਫ। ਤੇ ਜੇਕਰ ਤੁਸੀਂ ਕੋਈ ਸੁਝਾਅ ਜਾਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in ਤੇ। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।